वाहिगुरु जी का खालसा वाहिगुरु जी की फतेह। परम सन्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो। अमृत वेले तो सतगुरु नौवें पातशाह दे पवित्र स्थान गुरुद्वारा श्री दुख निवारण साहिब जी दे पवित्र पावन दरबार अंदर नतमस्तक हो के सतगुरां दे धुर की अकाली बाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार ते शरदा सहित आप जी ने सरवण कीते हैं। पातशाह ने अमृत वेले श्री मुखवाक दी दात बख्शिश की है। आओ कुछ समय लिए सतगुरु जी के शब्द नाल अपनी सुरत नूं जोड़िए, क्योंकि शब्द ते सुरत दा जदों सुमेल हुंदा फिर उहदे चों आत्म ज्ञान की उत्पत्ति हुंदी है। शब्द गुरु है, सुरत चेला है। जदों सुरत रूपी चेला ते शब्द रूपी गुरु दोवें एक बिक हुंदे हन तां तिस विचों आत्मा दे साक्षात्कार होण दा ज्ञान उत्पन्न हो आउंदा है। तो सुरती सतगुरु जी दे शब्द नाल जोड़न लई गुरुदेव ने जो पावन पवित्र गुरमंत्र दी दात सानू सारियां नू बख्शिश कीती है। सतगुरु जी दे पावन पवित्र गुरमंत्र दा आसरा लैंदियां समूह माई भाई आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठ महला तीजा घर पहला तित की एक ओंकार सत गुर प्रसाद। सोरठ राग है और तीसरे पातशाह धन श्री गुरु अमरदास निमाणियां दे मान सतगुरु ये पावन पवित्र शब्द उचारण कर रहे हैं। पहले घर सुर ताल विच शब्द नूं गायन करन दा हुक्म है ते तुक्की तीन तीन तुक्कां वाले इस पावन शब्द दे बंद हन। मंगलाचरण करदे हन अकाल पुरख एक अदुती है। ओंकार जो सारियां विच व्यापक है और सर्व दा प्रकाशक है। सतगुरां दी कृपा द्वारा तिस पार ब्रह्म परमेश्वर दे स्वरूप की प्राप्ति हुंदी है। ये मंगलाचरण करके महाराज जी शब्द की प्रारंभता करते हैं। भगतां दी सदा तू रखदा हर जीओ धुर तू रखदा आया। भगतां दी सदा तू रखदा। हे हरि हे वाहिगुरु जी तुसीं अपने भगतां दी पैज भगतां दी पत रखदे आए हो और धुर तो ही रखदे आए हो। एक राजे ने किसी महात्मा दे पास एक सवाल किया। कहन लगा भी जदों मेरे राज भाग दे विच किते कोई व्यवस्था बिगड़दी है, किसी प्रजा दे व्यक्ति नूं परेशानी हुंदी है तां उहदे समाधान वास्ते मैं पहला अपने छोटे वजीर भेजदा। जे समस्या उन्हां कोलों ना समाधान कीती जा सके
ਫਿਰ ਉਹਨਾਂ ਤੋਂ ਜਿਹੜੇ ਵੱਡੇ ਅਹੁਦੇਦਾਰ ਹੁੰਦੇ ਨੇ, ਵਜ਼ੀਰ ਹੁੰਦੇ ਨੇ, ਫਿਰ ਉਹਨਾਂ ਨੂੰ ਭੇਜਦਾ। ਸਾਡੀ ਨੀਤੀ ਇਹੀ ਕਹਿੰਦੀ ਹੈ। ਅਖੀਰ ਜਦੋਂ ਸਾਰੇ ਹਿੱਲੇ ਵਸਿੱਲੇ ਕੰਮ ਨਾ ਕਰਨ ਤੇ ਫਿਰ ਮੈਂ ਖੁਦ ਜਾਂਦਾ। ਇਹ ਨਹੀਂ ਕਿ ਕੋਈ ਕਾਰਜ ਹੋਵੇ ਤੇ ਸਿੱਧਾ ਪਹਿਲਾਂ ਮੈਂ ਚਲਾ ਜਾਵਾਂ। ਤੁਸੀਂ ਕਹਿੰਦੇ ਹੋ ਵੀ ਜਿਹੜਾ ਪਰਮੇਸ਼ਰ ਹੈ ਉਹ ਆਪਣੇ ਭਗਤਾਂ ਦੀ ਪੈਜ ਤੇ ਉਹਨਾਂ ਦੀ ਰੱਖਿਆ ਕਰਨ ਲਈ ਖੁਦ ਆਉਂਦਾ। ਉਹ ਆਪਣਾ ਕੋਈ ਵਜ਼ੀਰ ਕਿਉਂ ਨਹੀਂ ਭੇਜ ਦਿੰਦਾ, ਆਪਣਾ ਕੋਈ ਅਹਿਲਕਾਰ ਕਿਉਂ ਨਹੀਂ ਭੇਜ ਦਿੰਦਾ, ਆਪ ਹੀ ਸਿੱਧਾ ਕਿਉਂ ਆ ਜਾਂਦਾ? ਉਸ ਸੰਤ ਪੁਰਸ਼ ਨੇ ਉਸ ਵੇਲੇ ਜਵਾਬ ਨਹੀਂ ਦਿੱਤਾ। ਕਹਿਣ ਲੱਗੇ, ਰਾਜਾ ਇਹਦਾ ਜਵਾਬ ਮੈਂ ਕੁਝ ਦਿਨ ਠਹਿਰ ਕੇ ਦਿਆਂਗਾ। ਕਈ ਸਵਾਲ ਹੁੰਦੇ ਨੇ ਜਿਨ੍ਹਾਂ ਸਵਾਲਾਂ ਦਾ ਜਵਾਬ ਉਸੇ ਵੇਲੇ ਨਹੀਂ ਮਿਲਦਾ, ਸਮਾਂ ਉਹਨਾਂ ਸਵਾਲਾਂ ਦਾ ਜਵਾਬ ਆਪਣੇ ਆਪ ਦੇ ਦਿੰਦਾ। ਕੁਝ ਸਵਾਲ ਸਮੇਂ ਦੇ ਉੱਤੇ ਛੱਡ ਦੇਣੇ ਚਾਹੀਦੇ ਨੇ। ਸਮਾਂ ਕੁਝ ਬੀਤ ਗਿਆ। ਰਾਜੇ ਦਾ ਇੱਕ ਬੱਚਾ ਸੀ, ਸਾਲ ਭਰ ਦਾ ਹੋ ਗਿਆ, ਉਹਦਾ ਜਨਮ ਦਿਨ ਮਨਾਉਣਾ ਸੀ। ਇਹਨੇ ਆਖਿਆ ਵੀ ਉਹ ਮਹਾਂਪੁਰਸ਼ਾਂ ਨੂੰ ਵੀ ਸੱਦ ਲਓ, ਉਹਨਾਂ ਤੇ ਇਹਦਾ ਸ਼ਰਧਾ ਪ੍ਰੇਮ ਸੀ ਵੀ ਉਹ ਵੀ ਆ ਕੇ ਮੇਰੇ ਬੱਚੇ ਨੂੰ ਅਸੀਸ ਦੇਣਗੇ। ਉਹ ਮਹਾਤਮਾ ਵੀ ਆ ਗਏ ਤੇ ਉਹਨਾਂ ਨੇ ਜਿਹੜੀ ਦਾਸੀ ਸੀ ਉਸ ਬੱਚੇ ਨੂੰ ਖਿਡਾਉਣ ਵਾਲੀ, ਉਹਨੂੰ ਕਿਹਾ ਵੀ ਤੂੰ ਬੱਚਾ ਮੇਰੀ ਗੋਦ 'ਚ ਨਹੀਂ ਦੇਣਾ, ਇੱਕ ਕੱਪੜੇ ਵਿੱਚ ਲਪੇਟ ਕੇ ਕੋਈ ਪੁਤਲਾ ਜਿਹਾ ਹੋਵੇ ਉਹ ਦੇ ਦੇਵੀਂ। ਰਾਜੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਵੀ ਉਹਦਾ ਲੜਕਾ ਹੈ ਕਿ ਪੁਤਲਾ ਹੈ। ਦਾਸੀ ਨੇ ਆਖਿਆ ਮਹਾਂਪੁਰਸ਼ਾਂ ਨੂੰ ਜੀ 7 ਬਚਨ, ਇੱਕ ਕੱਪੜੇ ਦੇ ਵਿੱਚ ਉਹਨੇ ਇੱਕ ਪੁਤਲਾ ਜਿਹਾ ਲਪੇਟ ਕੇ ਮਹਾਂਪੁਰਸ਼ਾਂ ਦੀ ਗੋਦ 'ਚ ਦਿੱਤਾ। ਰਾਜਾ ਕਹਿਣ ਲੱਗਾ, ਸੰਤ ਜੀ ਮੇਰਾ ਬੱਚਾ ਸੁੱਤਾ ਹੋਇਆ, ਇਹਨੂੰ ਅਸੀਸ ਦਿਓ, ਇਹਦੀ ਲੰਮੀ ਉਮਰ ਹੋਵੇ। ਜਿੱਥੇ ਰਾਜਾ ਬੈਠਾ ਸੀ ਬਿਲਕੁਲ ਨਾਲ ਹੀ ਇੱਕ ਪਾਣੀ ਦਾ ਤਾਲ ਸੀ। ਸਜਾਵਟ ਵਾਸਤੇ ਉਹ ਤਾਲ ਬਣਿਆ ਹੋਇਆ ਸੀ। ਉਹਨਾਂ ਸੰਤਾਂ ਨੇ ਕੀ ਕੀਤਾ, ਜਿਹੜਾ ਉਹ ਪੁਤਲਾ ਸੀ ਉਹ ਚੁੱਕ ਕੇ ਵਗਾ ਕੇ ਪਾਣੀ 'ਚ ਸੁੱਟ ਦਿੱਤਾ। ਰਾਜੇ ਨੂੰ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਵੀ ਮੇਰੇ ਬੱਚੇ ਨੂੰ ਇਹਨਾਂ ਨੇ ਤਲਾਬ ਵਿੱਚ ਸੁੱਟ ਦਿੱਤਾ ਹੈ। ਉਹਨੇ ਉਸੇ ਵਕਤ ਛਾਲ ਮਾਰੀ ਤੇ ਪਾਣੀ ਦੇ ਵਿੱਚ ਵੀ ਇਹਨੂੰ ਕੱਢ ਕੇ ਲਿਆਵਾਂ। ਜਦੋਂ ਕੱਢਿਆ ਤੇ ਪੁਤਲਾ। ਰਾਜਾ ਕਹਿਣ ਲੱਗਾ ਸੰਤਾਂ ਨੂੰ ਕਿ ਸੰਤ ਜੀ ਇਹ ਕਿੱਦਾਂ ਦਾ ਮਖੌਲ ਸੀ? ਮਹਾਂਪੁਰਸ਼ ਕਹਿਣ ਲੱਗੇ, ਰਾਜਾ ਕੁਝ ਦਿਨ ਪਹਿਲਾਂ ਜਿਹੜਾ ਤੂੰ ਮਖੌਲ ਕੀਤਾ ਸੀ ਉਦਾਂ ਦਾ ਮਖੌਲ ਅਸੀਂ ਕਰ ਦਿੱਤਾ। ਤੂੰ ਪੁੱਛਿਆ ਸੀ ਵੀ ਰੱਬ ਆਪ ਕਿਉਂ ਆਉਂਦਾ ਆਪਣੇ ਭਗਤਾਂ ਦੀ ਲਾਜ ਰੱਖਣ, ਉਹਨਾਂ ਦੀ ਰੱਖਿਆ ਕਰਨ? ਉਹ ਆਪਣੇ ਕਿਸੇ ਅਹਿਲਕਾਰ, ਕਿਸੇ ਦੇਵੀ ਦੇਵਤੇ ਨੂੰ ਕਿਉਂ ਨਹੀਂ ਭੇਜ ਦਿੰਦਾ? ਇਹ ਦੱਸ ਵੀ ਹੁਣ ਤੇਰੇ ਬੱਚੇ ਨੂੰ, ਤੈਨੂੰ ਇਹ ਸੀ ਵੀ ਬੱਚਾ ਸੁੱਟ ਦਿੱਤਾ ਵਿੱਚ ਰਾਜਕੁਮਾਰ, ਤੂੰ ਆਪਣੇ ਕਿਸੇ ਵਜ਼ੀਰ ਨੂੰ ਕਿਉਂ ਨਹੀਂ ਕਿਹਾ ਵੀ ਜਾ ਕੇ ਛਾਲ ਮਾਰ ਕੇ ਕੱਢੋ? ਕਿਸੇ ਸਿਪਾਹੀ ਨੂੰ ਕਿਉਂ ਨਹੀਂ ਕਿਹਾ? ਆਪ ਕਿਉਂ ਭੱਜ ਕੇ ਛਾਲ ਮਾਰ ਦਿੱਤੀ? ਕਹਿੰਦਾ ਜੀ ਮੇਰਾ ਪੁੱਤ ਸੀ, ਮੈਂ ਤਾਂ ਆਪ ਹੀ ਛਾਲ ਮਾਰਨੀ ਸੀ ਉਹਨੂੰ ਬਚਾਉਣ ਵਾਸਤੇ। ਮਹਾਂਪੁਰਸ਼ ਕਹਿਣ ਲੱਗੇ, ਪਰਮੇਸ਼ਰ ਦੇ ਭਗਤ ਵੀ ਪਰਮੇਸ਼ਰ ਦੇ ਪੁੱਤਰ ਹਨ, ਇਸ ਕਰਕੇ ਉਹ ਆਪਣੇ ਪੁੱਤਰ ਜਾਣ ਕੇ ਆਪਣੇ ਭਗਤਾਂ ਦੀ ਬੌੜੀ ਕਰਦਾ ਹੈ। ਉਹਦੇ ਭਗਤ ਤੇ ਕੋਈ ਦੁੱਖ ਆਵੇ ਉਹ ਆਪ ਹਾਜ਼ਰ ਹੋ ਕੇ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਉਰੇ ਅੱਜ ਦਾ ਬਿਰਦ ਨਹੀਂ ਉਹਦਾ, ਇਹ ਜੁਗਾਂ ਜੁਗਾਂਤਰਾਂ ਤੋਂ ਧੁਰ ਤੋਂ ਹੀ ਜਦੋਂ ਦਾ ਇਹ ਸੰਸਾਰ ਬਣਿਆ, ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਧੁਰ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਪਾਇਆ, ਹਰ ਜੁਗ ਜੁਗ ਭਗਤ ਪਾਇਆ। ਪੈਜ ਰੱਖਦਾ ਆਇਆ ਰਾਮ ਰਾਜ, ਪੈਜ ਰੱਖਦਾ
ਆਇਆ RAM ਰਾਜੇ। ਪੈਜ ਰਖਦਾ ਆਇਆ RAM ਰਾਜੇ, ਪੈਜ ਰਖਦਾ ਆਇਆ RAM ਰਾਜੇ। ਪੈਜ ਰਖਦਾ ਆਇਆ RAM ਰਾਜੇ, ਪੈਜ ਰਖਦਾ ਆਇਆ RAM ਰਾਜੇ, ਪੈਜ ਰਖਦਾ RAM ਰਾਜੇ, ਪੈਜ ਰਖਦਾ RAM ਰਾਜੇ। ਇਹ ਮੁੱਢ ਕਦੀਮੀ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੈ। ਆਪਣਿਆਂ ਭਗਤਾਂ ਦੀ ਪੈਜ ਵਾਹਿਗੁਰੂ ਜੀ ਆਪ ਰੱਖਦੇ ਹਨ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਨਿਕਟੀ ਹੋਏ ਦਿਖਾਵੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਸੇਵਕ ਹੈ। ਉਹਦਾ ਕੰਮ ਸੀ ਦੁਕਾਨਦਾਰੀ ਦਾ। ਨਾਲੇ ਰੱਬ ਰੱਬ ਕਰਦਾ, ਨਾਲੇ ਤੱਕੜੀ ਨਾਲ ਤੋਲ ਤੋਲ ਕੇ ਲੋਕਾਂ ਨੂੰ ਸੌਦਾ ਦਿੰਦਾ। ਦੇਵ ਨੇਤ ਇਹਦੀ ਦੁਕਾਨ ਤੇ ਇੱਕ ਵੱਟਾ ਸੀ। ਵੱਟੇ ਵਿੱਚ 5 ਪੈਸਿਆਂ ਦਾ ਵਜਨ ਘੱਟ। ਉਹ ਇਹ ਸਿੱਖ ਨੂੰ ਨਹੀਂ ਸੀ ਪਤਾ। ਉਹ ਪਹਿਲਾਂ ਵੱਟਾ ਕਿਸੇ ਬਾਣੀਏ ਕੋਲ ਸੀ, ਸਿੱਖ ਕੋਲ ਆ ਗਿਆ, ਉਦਾਂ ਹੀ ਤੋਲ ਕੇ ਦੇਣ ਲੱਗ ਪਿਆ। ਕੋਈ ਗ੍ਰਾਹਕ ਸੌਦਾ ਲੈ ਕੇ ਗਿਆ, ਉਹਨੇ ਪਤਾ ਕੀਤਾ ਵੀ ਇਹਦੇ ਵੱਟੇ ਦੇ ਵਿੱਚ ਕੁਝ ਖੋਟ ਹੈ, ਵੀ 5 ਪੈਸਿਆਂ ਦਾ ਤੋਲ ਵੱਟੇ ਵਿੱਚ ਘੱਟ ਹੈ। ਉਹਨੇ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ। ਨਵਾਬ ਨੇ ਉਸ ਗੁਰਸਿੱਖ ਨੂੰ ਸੱਦ ਲਿਆ ਵੀ ਤੂੰ ਘੱਟ ਤੋਲਦਾ, ਬੜਾ ਵੱਡਾ ਗੁਨਾਹ ਹੈ ਤੇਰਾ। ਸਿੱਖ ਨੇ ਆਖਿਆ ਕਿ ਮੈਂ ਤਾਂ ਕਦੇ ਐਸਾ ਨਹੀਂ ਸੋਚਿਆ, ਵੀ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਕਹਿੰਦੇ ਤੇਰਾ ਵੱਟਾ ਵਜਨ ਦਾ ਘੱਟ ਹੈ। ਸਿੱਖ ਨੇ ਆਖਿਆ ਵੀ ਆਹ ਲਓ, ਤੁਸੀਂ ਵੱਟਾ ਤੋਲ ਕੇ ਵੇਖ ਲਓ। ਉਧਰ ਪੰਜਵੇਂ ਪਾਤਸ਼ਾਹ ਜੀ ਹੱਥ ਦੀ ਤਲੀ ਤੇ ਇੱਕ ਸਿੱਖ ਨੇ 5 ਪੈਸੇ ਭੇਟ ਕੀਤੇ ਤੇ ਰੱਖ ਕੇ ਨਾ ਵੇਖੀ ਜਾਣ। ਕਦੇ ਉਹ 5 ਪੈਸੇ ਖੱਬੀ ਤਲੀ ਤੇ ਧਰ ਕੇ ਵੇਖਣ ਲੱਗ ਪੈਣ ਤੇ ਕਦੇ ਸੱਜੀ ਤਲੀ ਤੇ। ਲਾਗੇ ਬੈਠੇ ਸਿੱਖ ਵੀ ਹੈਰਾਨ ਸਨ ਵੀ ਅੱਗੇ ਤਾਂ ਕਦੇ ਸਤਿਗੁਰੂ ਜੀ ਨੇ ਐਸੀ ਖੇਡ ਨਹੀਂ ਕੀਤੀ। ਇਹ ਕੀ ਕੌਤਕ ਹੈ। ਪਰ ਦਰਅਸਲ ਸਤਿਗੁਰੂ ਜੀ ਇਹ ਲੀਲਾ ਵਰਤਾ ਰਹੇ ਸੀ ਆਪਣੇ ਸਿੱਖ ਦੀ ਪੈਜ ਰੱਖਣ ਲਈ। ਕਿਉਂਕਿ ਜਿਹੜਾ ਉਹ ਵੱਟਾ ਸੀ, ਉਸ ਵੱਟੇ ਨੂੰ ਕਦੇ ਸੱਜੇ ਵਾਲੇ ਛਾਬੇ 'ਚ ਪਾ ਕੇ ਤੋਲਦੇ ਸੀ ਤੇ ਦੂਜੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ 5 ਪੈਸੇ ਰੱਖ ਕੇ ਉਹਦਾ ਬਰਾਬਰ ਕਰ ਦਿੰਦੇ ਵਜਨ। ਕਦੇ ਉਹਨੂੰ ਖੱਬੇ ਪਾਸੇ ਰੱਖਦੇ ਤੇ ਮਹਾਰਾਜ ਜੀ ਦੂਜੀ ਤਲੀ ਤੇ ਧਰ ਕੇ 5 ਪੈਸੇ ਉਹ ਵੱਟੇ ਦਾ ਵਜਨ ਪੂਰਾ ਕਰ ਦਿੰਦੇ। ਆਪਣੇ ਸੇਵਕ ਦੀ ਪੈਜ ਤੇ ਪੱਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖ ਲਈ, ਕਿਉਂਕਿ ਗੁਰੂ ਕਾ ਸਿੱਖ ਜਾਣ ਬੁੱਝ ਕੇ ਐਸਾ ਨਹੀਂ ਸੀ ਕਰ ਰਿਹਾ। ਪਰ ਬਾਅਦ ਵਿੱਚ ਉਹਨੂੰ ਪਤਾ ਲੱਗਾ ਤਾਂ ਫਿਰ ਉਸ ਵੱਟੇ ਦਾ ਤਿਆਗ ਕਰਕੇ ਸਾਬਤ ਵੱਟਾ ਰੱਖ ਕੇ ਕਰਮ ਕਰਨ ਲੱਗਾ। ਸਤਿਗੁਰੂ ਆਪਣਿਆਂ ਸੇਵਕਾਂ ਦੀ ਪੈਜ ਰੱਖਦੇ ਨੇ। ਜਦੋਂ ਕੋਈ ਸੇਵਕ ਗੁਰੂ ਚਰਨਾਂ 'ਚ ਸਮਰਪਣ ਹੋ ਜਾਂਦਾ ਹੈ ਤਾਂ ਉਹਦੀ ਪੈਜ ਫਿਰ ਵਾਹਿਗੁਰੂ ਦੀ ਪੈਜ ਹੋ ਜਾਂਦੀ ਤੇ ਪਰਮੇਸ਼ਰ ਆਪਣੀ ਪੈਜ ਆਪ ਰੱਖਦਾ ਹੈ। ਔਰ ਧੁਰ ਦਰਗਾਹ ਤੋਂ ਹੀ ਵਾਹਿਗੁਰੂ ਪਰਮੇਸ਼ਰ ਜੀ ਦਾ ਇਹ ਸੁਭਾਅ ਹੈ, ਇਹ ਬਿਰਦ ਹੈ ਧੁਰ ਤੋਂ ਰੱਖਦਾ ਆਇਆ। ਧੁਰ ਦਰਗਾਹ ਤੋਂ ਹੀ ਆਪਣਿਆਂ ਭਗਤਾਂ ਆਪਣਿਆਂ ਪਿਆਰਿਆਂ ਦੀ ਪੈਜ ਮਹਾਰਾਜ ਜੀ ਤੁਸੀਂ ਰੱਖਦੇ ਆਏ ਹੋ। ਪ੍ਰਹਲਾਦ ਜੰਦ ਦੁਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਉਦਾਹਰਣ ਦਿੰਦੇ ਨੇ ਮਹਾਰਾਜ ਜੀ ਤੁਸੀਂ ਆਪਣੇ ਪ੍ਰਹਲਾਦ ਜਨ ਦੀ ਰੱਖਿਆ ਕੀਤੀ। ਜਦੋਂ ਸਾਰੇ ਭਗਤਾਂ ਦੀ ਗਿਣਤੀ ਹੁੰਦੀ ਸਭ ਤੋਂ ਪਹਿਲਾਂ ਮਹਾਰਾਜ ਭਗਤ ਪ੍ਰਹਲਾਦ ਜੀ ਦਾ ਜ਼ਿਕਰ ਆਉਂਦਾ, ਕਿਉਂਕਿ ਸਤਿਯੁਗ ਦੇ ਭਗਤ ਸੀ ਭਗਤ ਪ੍ਰਹਲਾਦ ਜੀ।
महाराज जी तुसी अपने प्रहलाद जन की पैज रखी है, प्रहलाद जन तुद राख ले हर जियो। हे हर जियो भगत प्रहलाद जी की तुसी रखिया कीती है। और फिर हरणाकश मार पचाया, जेड़ा हरणाकश कहदा सी मैं ही मैं हाँ, मैनू कौन मार सकदा। जिन्हें वर मंगया सी ना अंदर मरा ना बाहर, ना आकाश विच मरा ना धरती ते, ना उत्ते मरा ना थले मरा, ना दिने मरा ना रात मरा, ना शस्त्र नाल मरा ना किसी अस्त्र नाल, ना किसी नर कोलों ना किसी जानवर कोलों। तो परमेश्वर ने रूप ही इहो जिहा बनाया नर सिंह, ना अंदर ना बाहर, दरवाजे की दहलीज च धर लिया, ना थले ना उत्ते गोडियां ते पा लिया, ना रात ते ना दिन शाम दा वेला, ना शस्त्र ना अस्त्र हत्थां दे नोहां नाल हरणाक्ष दा पेट पाड़ के उहनूं मार के अपने भगत प्रहलाद दी पैज रखी, उहदी रखिया कीती। हर जुग जुग भगत उपाया, पैज रखदा आया राम राजे। हरणाक्ष दुष्ट हर मारिया, प्रहलाद तराया। हरणाक्ष दुष्ट नूं मार के अपने भगत प्रहलाद दी पैज रखी। प्रहलाद जन तुद राख ले हर जियो, हरणाक्ष मार पचाया। और हरणाक्ष नूं मार के ਉਹਨੂੰ सदा वास्ते पचा दिता, समाप्ति कर दी ਉਹਦੀ। हाँ जी। गुरमुखा ਨੂੰ ਪ੍ਰਤੀਤ ਹੈ ਹਰ ਜਿਉ, ਮਨਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਇਸ ਗੱਲ ਦੀ ਪ੍ਰਤੀਤ ਹੈ, ਗੁਰਮੁਖਾਂ ਨੂੰ ਇਸ ਗੱਲ ਦਾ ਭਰੋਸਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ। गुरमुख है ही वो जिहदे हिरदे च अपने गुरु ते प्रतीत भरोसा ते यकीन है। प्रतीत प्रीत चो उपजदी है। जिन्हां अंदर गुरु दी प्रीत है उन्हां अंदर गुरु दी प्रतीत पैदा हुंदी। गुरमुखां नूं गुरु दी प्रतीत है, वो गुरु ते भरोसा रखदे ने, गुरु ते यकीन रखदे ने। और दूजे पासे जेड़े मनमुख ने वो भरम च ही भुले रहिंदे आ। मनमुख भरम भुलाया, मनमुख भरम करके ही भुलाया जांदा, वो भरम च ही भटकदा रहिंदा, जन्म मरण दे चक्करां च भटकदा रहिंदा। और गुरमुख अपने गुरु ते प्रतीत करदे ने, गुरु ते भरोसा करदे। कवि कुलभूषण पंडित निहाल सिंह जी कहंदे, वो कहते किसी नूं भरोसा अपनी जमीन ते, किसी नूं भरोसा अपनी चलाकी ते चतुराई ते, किसी नूं भरोसा अपनी पढ़ी संस्कृत ते फारसी ते, किसी नूं भरोसा अपनी पढ़ी हुई विद्या ते किसी नूं भरोसा है कि मेरे कोल नौकर चाकर बड़े ने, ते किसी नूं भरोसा अपनी जमीन जायदाद ते। पर वो कहते मैनू है भरोसा केवल गुरु ग्रंथ साहिब महाराज जी ते, मोको तो भरोसो एक ग्रंथ महाराज पै। गुरु के सिख नूं केवल अपने गुरु दा भरोसा है। किस ही कोई कोय मंझ निमाणी एक तू, किसे दा कोई आसरा, किसे दा कोई आसरा, मैं निमाणी दे आसरे सतगुरु जी तुसीं हो। सतगुरां दे उत्ते गुरमुख भरोसा रखते ने, प्रतीत रखते ने। वो सतगुरां ते प्रतीत ते भरोसा रख के अपना जीवन बसर करते हैं। और जेड़े मनमुख ने वो भरम च ही भुले रहिंदे हन। हर जी ए तेरी वडियाई, ए मेरे हरि जियो ए तुहाडी वडियाई है। हर जी ए तेरी वडियाई, ए महाराज जी तुहाडी वडियाई है, ए तुहाडी शोभा है।
ਭਗਤਾਂ ਕੀ ਪੈਜ ਰਖ ਤੂ ਸੁਆਮੀ, ਭਗਤ ਤੇਰੀ ਸਰਣ ਆਈ। ਪੁੱਛਿਆ ਜੀ ਕਿਹੜੀ ਵਡਿਆਈ ਹੈ ਹਰੀ ਦੀ? ਕਹਿੰਦੇ ਹਰੀ ਦੀ ਇਹ ਸਭ ਤੋਂ ਵੱਡੀ ਵਡਿਆਈ ਹੈ ਕਿ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ। ਹੇ ਸੁਆਮੀ ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ, ਕਿਉਂਕਿ ਭਗਤ ਤੇਰੀ ਸਰਣ ਆਈ, ਭਗਤ ਤੇਰੀ ਸ਼ਰਨ ਵਿੱਚ ਨੇ, ਤੇਰੀ ਪਨਾਹ ਵਿੱਚ ਨੇ। ਔਰ ਜਿਹੜੇ ਭਗਤ ਤੇਰੀ ਸ਼ਰਨ ਤੇਰੀ ਪਨਾਹ ਵਿੱਚ ਹਨ, ਹੇ ਵਾਹਿਗੁਰੂ ਤੂੰ ਆਪਣੇ ਉਹਨਾਂ ਭਗਤਾਂ ਦੀ ਪੈਜ ਰੱਖਦਾ ਤੇ ਤੁਰ ਦਰਗਾਹ ਤੋਂ ਹੀ ਰੱਖਦਾ ਆਇਆ, ਤੁਰ ਤੋਂ ਹੀ ਰੱਖਦਾ ਹੈ। ਇਹ ਤੇਰੀ ਵੱਡੀ ਵਡਿਆਈ ਹੈ। ਰਹਾਉ ਭਗਤਾਂ ਨੂੰ ਜਮ ਜੋਇ ਨਾ ਸਕੈ, ਕਾਲ ਨਾ ਨੇੜੇ ਜਾਈ। ਮਹਾਰਾਜ ਜੀ ਜਿਹੜੇ ਤੁਹਾਡੇ ਭਗਤ ਨੇ ਉਹਨਾਂ ਨੂੰ ਜਮ ਜੋ ਨਹੀਂ ਸਕਦੇ। ਤੁਹਾਡੀ ਭਗਤੀ ਕਰਨ ਵਾਲੇ, ਤੁਹਾਡੀ ਭਗਤੀ ਦੇ ਰੰਗ 'ਚ ਰੰਗੇ ਭਗਤ ਜਨਾਂ ਨੂੰ ਜਮ ਵੇਖ ਵੀ ਨਹੀਂ ਸਕਦੇ, ਨੇੜੇ ਹੀ ਨਹੀਂ ਆਉਂਦੇ ਉਹਨਾਂ ਦੇ। ਔਰ ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ, ਕਾਲ ਨਾ ਨੇੜੇ ਜਾਈ, ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ। ਉਹ ਕਾਲ ਤੋਂ ਵੀ ਸੁਤੰਤਰ ਹੋ ਜਾਂਦੇ, ਕਿਉਂਕਿ ਅਕਾਲ ਵਿੱਚ ਸੁਰਤ ਮਿਲ ਜਾਂਦੀ ਹੈ ਉਹਨਾਂ ਦੀ। ਅਕਾਲ ਵਿੱਚ ਮਿਲ ਕੇ ਜਿਹੜੇ ਅਕਾਲ ਰੂਪ ਹੋ ਜਾਂਦੇ ਨੇ, ਉਹਨਾਂ ਨੂੰ ਕਾਲ ਭਲਾ ਕਿਵੇਂ ਵਿਆਪ ਸਕਦਾ ਹੈ। ਮਹਾਰਾਜ ਜੀ ਤੁਹਾਡੇ ਭਗਤਾਂ ਨੂੰ ਜਮ ਜੋਹ ਨਹੀਂ ਸਕਦਾ, ਕਾਲ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ। ਕੇਵਲ RAM ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਮਹਾਰਾਜ ਜੀ ਤੁਹਾਡੇ ਭਗਤ ਜਨਾਂ ਦੇ ਹਿਰਦਿਆਂ ਵਿੱਚ RAM ਦਾ ਨਾਮ ਵਸਿਆ ਹੈ। ਕੇਵਲ RAM ਨਾਮ ਮਨੋਰਮੰ, ਕੇਵਲ RAM ਨਾਮ ਮਨੋਰਮੰ। ਤੁਹਾਡੇ ਭਗਤ ਜਨਾਂ ਦੇ ਹਿਰਦਿਆਂ ਵਿੱਚ ਕੇਵਲ RAM ਦਾ ਨਾਮ ਵਸਿਆ ਹੋਇਆ, ਨਾਮੇ ਹੀ ਮੁਕਤ ਪਾਈ। ਪ੍ਰਭੂ ਦੇ ਅੰਮ੍ਰਿਤ ਨਾਮ ਦੁਆਰਾ ਹੀ ਤਿਨਾਂ ਨੇ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਕੀਤਾ। ਭਗਤ ਕਬੀਰ ਜੀ ਮਹਾਰਾਜ ਜਦੋਂ ਸਰੀਰ ਤਿਆਗਣਾ ਸੀ, ਕਹਿੰਦੇ ਬਨਾਰਸ ਵਿੱਚ ਨਹੀਂ ਸਰੀਰ ਤਿਆਗਣਾ, ਹੜੰਬੇ ਜਾ ਕੇ ਤਿਆਗਣਾ। ਹੜੰਬੇ ਦੀ ਧਰਤੀ ਤੇ ਸਰਾਪ ਸੀ ਵੀ ਜਿਹੜਾ ਉੱਥੇ ਸਰੀਰ ਤਿਆਗੇਗਾ ਉਹ ਗਧੇ ਦੀ ਜੂਨ ਪਵੇਗਾ। ਬਨਾਰਸ ਦੀ ਧਰਤੀ ਤੇ ਵਰਦਾਨ ਸੀ, ਜਿਹੜਾ ਬਨਾਰਸ ਮਰੇਗਾ ਉਹ ਮੁਕਤ ਹੋਵੇਗਾ। ਕਬੀਰ ਜੀ ਕਹਿਣ ਲੱਗੇ ਵੀ ਸਾਰੀ ਜ਼ਿੰਦਗੀ ਅਸੀਂ ਪਰਮੇਸ਼ਰ ਦਾ ਭਜਨ ਕੀਤਾ ਹੈ ਤੇ ਬਨਾਰਸ ਵਿੱਚ ਸਰੀਰ ਤਿਆਗਾਂਗੇ, ਲੋਕਾਂ ਨੂੰ ਕਿਵੇਂ ਪਤਾ ਲੱਗੇ ਪਰਮੇਸ਼ਰ ਦੇ ਨਾਮ ਨੇ ਮੁਕਤੀ ਦਿੱਤੀ ਹੈ। ਉਹ ਆਖਣਗੇ ਬਨਾਰਸ 'ਚ ਸਰੀਰ ਤਿਆਗਿਆ ਤਾਂ ਮੁਕਤ ਹੋਏ ਨੇ। ਤੂੰ ਨਿਰੰਕਾਰ ਦੇ ਨਾਮ ਦੀ ਵਡਿਆਈ ਕਿਵੇਂ ਪ੍ਰਗਟ ਹੋਵੇ? ਕਹਿੰਦੇ ਅਸੀਂ ਆਪਣਾ ਸਰੀਰ ਹੜੰਬੇ ਦੀ ਧਰਤੀ ਤੇ ਜਾ ਕੇ ਤਿਆਗਾਂਗੇ, ਜਿੱਥੇ ਕਹਿੰਦੇ ਸਰਾਪ ਹੈ ਵੀ ਜਿਹੜਾ ਮਰੇਗਾ ਇੱਥੇ ਉਹ ਗਧੇ ਦੀ ਜੂਨ ਪਵੇਗਾ। ਕਹਿੰਦੇ ਹੜੰਬੇ ਆ ਗਏ। ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਐਸਾ, ਪਰਮੇਸ਼ਰ ਦੇ ਨਾਮ ਦੀ ਬੰਦਗੀ ਦੀ ਮਹਿਮਾ ਐਸੀ ਕਿ ਉੱਥੇ ਕਹਿਣ ਲੱਗੇ ਕਬੀਰ ਜੀ ਤੁਸੀਂ ਇੱਥੋਂ ਚਲੇ ਜਾਓ। ਕਹਿੰਦੇ ਭਾਈ ਅਸੀਂ ਤਾਂ ਇੱਥੇ ਹੀ ਸਰੀਰ ਤਿਆਗਣਾ। ਉਹ ਸਾਰਾ ਇਲਾਕਾ ਪਰਮੇਸ਼ਰ ਨੂੰ ਉਸ ਸਰਾਪ ਤੋਂ ਮੁਕਤ ਕਰਨਾ ਪਿਆ। ਪਰਮੇਸ਼ਰ ਦੇ ਨਾਮ ਦਾ ਐਡਾ ਵੱਡਾ ਪ੍ਰਤਾਪ। ਕਬੀਰ ਜੀ ਨੇ ਆਖਿਆ ਨਾਮ ਜਪਣ ਵਾਲਾ ਸੰਸਾਰ ਦੇ ਕਿਸੇ ਥਾਂ ਵੀ ਜਾ ਕੇ ਆਪਣਾ ਸਰੀਰ ਤਿਆਗੇ ਉਹ ਮੁਕਤ ਹੈ, ਕਿਉਂਕਿ ਪਰਮੇਸ਼ਰ ਦੇ ਨਾਮ ਨੇ ਹੀ ਜੀਵ ਨੂੰ ਮੁਕਤੀ ਦੇਣੀ ਹੈ। ਕਿਤੇ ਵੀ ਸਰੀਰ ਤਿਆਗੇ, ਉਹ ਭਵੇ ਹੜੰਬੇ ਤਿਆਗੇ ਤੇ ਭਵੇ ਬਨਾਰਸ ਤਿਆਗੇ। ਜਿਹਨੇ ਸਾਰੀ ਜ਼ਿੰਦਗੀ ਗੁਨਾਹ ਕੀਤੇ, ਕਹੇ ਬਨਾਰਸ ਜੰਤ ਨੂੰ ਮਰਨ ਤੋਂ ਬਾਅਦ ਮੁਕਤ ਹੋ ਜਾਵਾਂਗਾ, ਐਸਾ ਨਹੀਂ ਹੋਣਾ। ਪਰਮੇਸ਼ਰ ਦੇ ਨਾਮ ਨੇ ਜੀਵ ਨੂੰ ਮੁਕਤੀ ਦੇਣੀ। ਇੱਥੇ ਪਾਤਸ਼ਾਹ ਦੱਸ ਰਹੇ ਨੇ ਕਿ ਰੱਬ ਦੇ ਪਿਆਰਿਆਂ ਭਗਤਾਂ ਦੇ ਹਿਰਦਿਆਂ 'ਚ RAM ਦਾ ਨਾਮ ਵਸਦਾ ਹੈ। ਨਾਮੇ ਹੀ ਮੁਕਤ ਪਾਈ। ਉਹਨਾਂ ਨੇ ਪਰਮੇਸ਼ਰ ਦੇ ਨਾਮ ਨਾਲ ਹੀ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਕੀਤਾ ਹੈ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ,
ਗੁਰ ਕੈ ਸਹਿਜ ਸੁਭਾਈ। ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਇਹ ਸਭ ਮਹਾਂਪੁਰਸ਼ਾਂ ਭਗਤਾਂ ਦੇ ਚਰਨਾਂ 'ਚ ਹਾਜ਼ਰ ਰਹਿੰਦੀਆਂ, ਉਹਨਾਂ ਦੇ ਚਰਨ ਹੀ ਲੱਗਦੀਆਂ ਨੇ। ਆਪਣਾ ਆਪ ਸਫਲ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਵੀ ਮਹਾਂਪੁਰਸ਼ਾਂ ਭਗਤਾਂ ਦੇ ਚਰਨਾਂ 'ਚ ਹਾਜ਼ਰ ਹੁੰਦੀਆਂ। ਪਰਮੇਸ਼ਰ ਦੇ ਭਗਤਾਂ ਦੇ ਚਰਨਾਂ ਵਿੱਚ ਹਾਜ਼ਰ ਰਹਿੰਦੀਆਂ ਰਿੱਧੀਆਂ ਸਿੱਧੀਆਂ, ਪਰ ਭਗਤ ਜਨ ਇਹਨਾਂ ਨੂੰ ਅੰਗੀਕਾਰ ਨਹੀਂ ਕਰਦੇ, ਉਹ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ, ਰਹਿੰਦੀਆਂ ਉਹਨਾਂ ਦੇ ਚਰਨਾਂ 'ਚ ਹੀ ਨੇ। ਤੋ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਇਹ ਸਭ ਭਗਤਾਂ ਦੇ ਚਰਨ ਹੀ ਲੱਗੀਆਂ ਹਨ। ਗੁਰ ਕੈ ਸਹਿਜ ਸੁਭਾਈ, ਗੁਰੂ ਪਾਤਸ਼ਾਹ ਵੱਲੋਂ ਦਿੱਤੇ ਗਏ ਸਹਿਜ ਦੁਆਰਾ ਉਹ ਸੁਤੇ ਸਿੱਧੀ ਸ਼ੋਭਨੀਕ ਹੁੰਦੇ ਹਨ। ਮਨ ਮੁਖਾਂ ਨੂੰ ਪ੍ਰਤੀਤ ਨ ਆਵਈ, ਅੰਤਰ ਲੋਭ ਸੁਆਓ। ਜਿਹੜੇ ਮਨਮੁਖ ਨੇ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਮਨਮੁਖਾਂ ਨੂੰ ਗੁਰੂ ਤੇ ਭਰੋਸਾ ਨਹੀਂ ਵੱਜਦਾ। ਕਿਉਂ? ਕਿਉਂਕਿ ਉਹਨਾਂ ਮਨਮੁਖਾਂ ਦੇ ਅੰਦਰ ਲਾਲਚ ਹੈ ਤੇ ਸਵਾਰਥ ਦੀ ਬਿਰਤੀ ਹੈ। ਲਾਲਚ ਤੇ ਸਵਾਰਥ ਦੀ ਬਿਰਤੀ ਹੈ ਮਨਮੁਖਾਂ ਦੇ ਅੰਦਰ, ਉਹਨਾਂ ਅੰਦਰ ਗੁਰੂ ਦੀ ਪ੍ਰਤੀਤ ਨਹੀਂ। ਮਨਮੁਖਾਂ ਨੂੰ ਗੁਰੂ ਦਾ ਭਰੋਸਾ ਨਹੀਂ। ਮਨਮੁਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆਓ। ਉਹਨਾਂ ਦੇ ਅੰਦਰ ਲੋਭ ਤੇ ਸਵਾਰਥ ਦੀ ਬਿਰਤੀ, ਲਾਲਚ ਦੀ ਬਿਰਤੀ, ਉਹਨਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ ਆਉਂਦੀ, ਗੁਰੂ ਤੇ ਭਰੋਸਾ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਆਪਣਾ ਸਵਾਰਥ ਹੀ ਸੁੱਝਦਾ। ਉਹ ਆਪਣੇ ਸਵਾਰਥ ਦੀ ਪੂਰਤੀ ਵਾਸਤੇ ਜੇ ਨਿਭਦੇ ਨੇ ਤਾਂ ਵੀ ਆਪਣੇ ਸਵਾਰਥ ਵਾਸਤੇ, ਆਪਣੇ ਲਾਲਚ ਵਾਸਤੇ। ਹਾਂਜੀ। ਗੁਰਮੁਖ ਹਿਰਦੈ ਸ਼ਬਦਾਂ ਨਾ ਭੇਦਿਓ, ਹਰ ਨਾਮ ਨ ਲਾਗਾ ਭਾਉ। ਜਿਹੜੇ ਮਨਮੁਖ ਨੇ ਉਹ ਗੁਰੂ ਦੇ ਮੁਖ ਦੁਆਰਾ ਸ਼ਬਦ ਸੁਣ ਕੇ ਕਦੇ ਉਸ ਸ਼ਬਦ ਵਿੱਚ ਆਪਣਾ ਮਨ ਨਹੀਂ ਵਿੰਨ੍ਹਦੇ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਗੁਰੂ ਦੇ ਮੁਖ ਦੁਆਰਾ ਸ਼ਬਦ ਸੁਣ ਕੇ ਉਹ ਆਪਣੇ ਹਿਰਦੇ ਨੂੰ ਨਹੀਂ ਵਿੰਨ੍ਹਦੇ। ਹਰ ਨਾਮ ਨਾ ਲਾਗਾ ਭਾਉ, ਉਹਨਾਂ ਮਨਮੁਖਾਂ ਨੂੰ ਪਰਮੇਸ਼ਰ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਪਰਮੇਸ਼ਰ ਦੇ ਨਾਮ ਨਾਲ ਉਹਨਾਂ ਦੇ ਮਨ 'ਚ ਕੋਈ ਭਾਉ, ਕੋਈ ਪ੍ਰੇਮ ਨਹੀਂ ਹੁੰਦਾ। ਊੜਾ ਕਪਟ ਪਾਜ ਲਹਿ ਜਾਸੀ, ਮਨਮੁਖ ਫਿੱਕਾ ਲਾਓ। ਮਨਮੁਖ ਬੰਦਾ ਜਦੋਂ ਫਿੱਕੇ ਬੋਲ ਬੋਲਦਾ ਨਾ ਤੇ ਉਹਦੇ ਝੂਠ ਦਾ ਜਿਹੜਾ ਉੱਪਰੋਂ ਮੁਲੰਮਾ ਜਿਹਾ ਉਹਨੇ ਧਾਰਨ ਕੀਤਾ ਹੁੰਦਾ ਨਾਲ ਹੀ ਲੱਥ ਜਾਂਦਾ। ਕਾਂ ਦਾ ਬੱਚਾ ਤੇ ਕੋਇਲ ਦਾ ਬੱਚਾ ਦੋਵੇਂ ਵੇਖਣ 'ਚ ਇੱਕੋ ਜਿਹੇ ਹੀ ਲੱਗਦੇ ਆ, ਨਹੀਂ ਪਛਾਣ ਆਉਂਦੀ ਵੀ ਇਹਦੇ 'ਚ ਕਾਂ ਦਾ ਬੱਚਾ ਕਿਹੜਾ ਤੇ ਕੋਇਲ ਦਾ ਕਿਹੜਾ। ਪਰ ਜਦੋਂ ਕਾਂ ਦਾ ਬੱਚਾ ਬੋਲਦਾ ਤੇ ਉਸੇ ਵੇਲੇ ਪਾ ਜੁਗੜ ਆਉਂਦਾ ਵੀ ਇਹ ਕਾਂ ਹੈ। ਇਸੇ ਤਰ੍ਹਾਂ ਮਨਮੁਖ ਨੇ ਭਾਵੇਂ ਬਾਹਰੋਂ ਬੜਾ ਧਾਰਮਿਕ ਲਿਬਾਸ ਬਣਾ ਕੇ ਲੀਪਾ ਪੋਚੀ ਕੀਤੀ ਹੋਵੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਪਰ ਜਦੋਂ ਮਨਮੁਖ ਬੋਲਦਾ ਨਾ ਫਿੱਕੇ ਬੋਲ ਪਰਮੇਸ਼ਰ ਦੀ ਭਗਤੀ ਤੋਂ ਵਿਹੋਣੇ, ਤਾਂ ਉਹਦੇ ਉਹ ਝੂਠ ਦਾ ਜਿਹੜਾ ਮੁਲੰਮਾ ਜਾਂ ਉੱਤੇ ਕੀਤਾ ਹੁੰਦਾ ਨਾਲ ਹੀ ਲੱਥ ਜਾਂਦਾ। ਪਾਤਸ਼ਾਹ ਕਹਿੰਦੇ ਕੂੜ ਕਪਟ ਪਾਜ ਲਹਿ ਜਾਸੀ, ਉਹਦੇ ਝੂਠੇ ਕਪਟ ਦਾ ਜਿਹੜਾ ਛਲ ਫਰੇਬ ਦਾ ਪਾਜ ਹੁੰਦਾ ਨਾ, ਪਰਦਾ, ਉਹ ਲੱਥ ਜਾਂਦਾ, ਉਗੜ ਜਾਂਦਾ ਜਦੋਂ ਮਨਮੁਖ ਆਪਣੀ ਜ਼ੁਬਾਨ ਤੋਂ ਫਿੱਕੇ ਬੋਲ ਬੋਲਦਾ ਹੈ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੋ ਤੋ ਜਾਤਾ। ਹੇ ਪ੍ਰਭੂ ਜੀ, ਤੁਸੀਂ ਆਪਣੇ ਆ ਭਗਤਾਂ ਵਿੱਚ ਵਰਤਦੇ ਹੋ, ਆਪਣੇ ਆ ਭਗਤਾਂ ਦੇ ਵਿੱਚ ਸਾਹਿਬ ਜੀ ਵਰਤਦੇ ਆਪਣੇ ਸੇਵਕਾਂ 'ਚ। ਪਰਮੇਸ਼ਰ ਆਪਣੇ ਆ ਭਗਤਾਂ ਦੇ ਵਿੱਚ ਰਹਿੰਦਾ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਤੁਸੀਂ ਇਹ ਲੂਣਾ ਉਗਰਾ ਛਕਦੇ ਹੋ ਰੋਜ਼, ਅਸੀਂ ਤੁਹਾਡੇ ਕੋਲ ਬੈਠੇ ਭਾਂਤ ਭਾਂਤ ਦੇ ਭੋਜਨ ਛਕਦੇ ਹਾਂ, ਸਾਨੂੰ ਲਾਜ ਆਉਂਦੀ। ਤੇ ਜਾਂ ਤਾਂ ਫਿਰ ਅਸੀਂ ਵੀ ਉਹੀ ਛਕੀਏ ਜੋ ਤੁਸੀਂ ਛਕਦੇ ਹੋ। ਪਾਤਸ਼ਾਹ ਕੁਝ ਬੋਲੇ ਨਹੀਂ,
ਓਗਰਾ ਛਕੜ ਤੋਂ ਬਾਅਦ ਮਹਾਰਾਜ ਜੀ ਨੇ ਜਲ ਮੰਗਾਇਆ ਤੇ ਜਲ ਨਾਲ ਕੁਰਲੀ ਕੀਤੀ। ਉਹ ਜਲ ਜਦੋਂ ਥਾਲ ਦੇ ਵਿੱਚ ਪਾਇਆ ਨਾ ਕੁਰਲੀ ਨਾਲ, ਕੀ ਵੇਖਦੇ ਨੇ, ਜੋ ਜੋ ਸੰਗਤ ਨੇ ਛਕਿਆ ਸੀ ਉਹ ਸਤਿਗੁਰਾਂ ਦੇ ਮੁਖ ਦੇ ਵਿੱਚੋਂ ਉਸ ਕੁਰਲੀ ਦੇ ਨਾਲ ਉਹਦੇ ਅਵਸ਼ੇਸ਼ ਜਿਹੜੇ ਸਨ ਉਹ ਨਾਲ ਨਿਕਲ ਕੇ ਆਏ। ਸਤਿਗੁਰਾਂ ਆਖਿਆ ਜੋ ਗੁਰੂ ਕੇ ਸਿੱਖ ਛਕਦੇ ਨੇ ਉਹ ਮੇਰੇ ਵਿੱਚ ਪਹੁੰਚਦਾ ਹੈ, ਕਿਉਂਕਿ ਮੈਂ ਆਪਣੇ ਸਿੱਖਾਂ ਵਿੱਚ ਵਰਤਦਾ ਹਾਂ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਪਰਮੇਸ਼ਰ ਆਪਣੇ ਭਗਤਾਂ ਵਿੱਚ ਵਰਤਦਾ ਹੈ, ਆਪਣੇ ਪਿਆਰਿਆਂ ਵਿੱਚ ਵਰਤਦਾ। ਕਲਗੀਧਰ ਜੀ ਨੇ ਕਿਹਾ ਮੇਰੇ ਦਰਸ਼ਨ ਕਰਨੇ ਹੋਣ, ਤਿਆਰ ਬਰ ਤਿਆਰ ਪੰਜ ਸਿੰਘ ਹੋਣ, ਉਹਨਾਂ ਦੇ ਦਰਸ਼ਨ ਕਰ ਲਿਓ, ਉਹਨਾਂ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਆਖਿਆ ਜੇ ਪੰਜ ਨਾ ਮਿਲਣ ਤੇ ਇੱਕ ਮਿਲੇ ਤੇ ਇੱਕ ਦੇ ਹੀ ਦਰਸ਼ਨ ਕਰ ਲਿਓ, ਜੇ ਇੱਕ ਵੀ ਨਾ ਮਿਲੇ ਤੇ ਸ਼ੀਸ਼ੇ ਦੇ ਸਨਮੁਖ ਤਿਆਰ ਬਰ ਤਿਆਰ ਹੋ ਕੇ ਗਾਤਰੇ ਸ਼੍ਰੀ ਸਾਹਿਬ ਪਾ ਕੇ ਸੀਸ ਤੇ ਸੋਹਣਾ ਦਸਤਾਰਾ ਸਜਾ ਕੇ ਜਦੋਂ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖੋਗੇ ਉਹਦੇ ਵਿੱਚੋਂ ਹੀ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ, ਕਿਉਂਕਿ ਮੈਂ ਆਪਣੇ ਪੰਥ ਵਿੱਚ ਆਪਣੇ ਖਾਲਸੇ ਵਿੱਚ ਵਰਤਦਾ ਹਾਂ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਹੇ ਪ੍ਰਭੂ ਜੀ ਤੁਸੀਂ ਆਪਣੇ ਭਗਤਾਂ ਦੇ ਵਿੱਚ ਵਰਤਦੇ। ਭਗਤੀ ਹੋ ਤੂੰ ਜਾਤਾ, ਤੇਰੀ ਭਗਤੀ ਕਰਨ ਵਾਲਿਆਂ ਨੇ ਤੈਨੂੰ ਜਾਣਿਆ। ਜਿਹੜੇ ਤੇਰੀ ਭਗਤੀ ਕਰਦੇ ਨੇ ਮਹਾਰਾਜ, ਉਹ ਤੁਹਾਡੀ ਭਗਤੀ ਕਰਨ ਵਾਲੇ ਹੀ ਤੁਹਾਨੂੰ ਜਾਣਦੇ ਹਨ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹੇ ਪ੍ਰਭੂ ਇਹ ਸੰਸਾਰ ਵਿੱਚ ਵਰਤ ਰਹੀ ਜਿਹੜੀ ਪ੍ਰਬਲ ਮਾਇਆ ਹੈ, ਇਹਦਾ ਜਿਹੜਾ ਮੋਹ ਹੈ ਸੰਸਾਰ ਦੇ ਸਮਸਤ ਜੀਵਾਂ ਨੂੰ ਵਿਆਪ ਰਿਹਾ ਹੈ। ਇਹ ਸਭ ਲੋਕ ਤੇਰੇ ਹਨ, ਇਹ ਮਾਇਆ ਤੇਰੀ ਹੈ। ਹੇ ਪ੍ਰਭੂ ਤੂੰ ਇੱਕੋ ਪੁਰਖ ਵਿਧਾਤਾ ਹੈ। ਇਹ ਸਾਰੀ ਮਾਇਆ ਦਾ ਮੋਹ ਆਦਿਕ ਜੋ ਵੀ ਵਰਤ ਰਿਹਾ ਸੰਸਾਰ ਵਿੱਚ ਇਹ ਸਭ ਤੇਰਾ ਹੀ ਹੈ। ਹਉ ਮੈਂ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਮਹਾਰਾਜ ਜੀ ਜਿਹੜੇ ਗੁਰੂ ਕੇ ਸ਼ਬਦ ਦੁਆਰਾ, ਗੁਰੂ ਕੇ ਉਪਦੇਸ਼ ਦੁਆਰਾ ਤੁਹਾਨੂੰ ਪਛਾਣਦੇ ਹਨ, ਉਹਨਾਂ ਨੇ ਆਪਣੇ ਹਿਰਦੇ 'ਚੋਂ ਹਉਮੈ ਨੂੰ ਮਾਰ ਕੇ ਮਨ ਦੀਆਂ ਜਿਤਨੀਆਂ ਵੀ ਮਨਸਾਵਾਂ ਨੇ ਉਹ ਮਨ 'ਚ ਸਮਾਪਤ ਕਰ ਦਿੱਤੀਆਂ ਹਨ। ਅਚੰਤ ਕੰਮ ਕਰਹਿ ਪ੍ਰਭ ਤਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ ਉਹਨਾਂ ਦੇ ਕੰਮ ਅਚਿੰਤੀ ਸੁਤੇ ਸਿੱਧੀ ਹਰੀ ਪ੍ਰਭੂ ਜੀ ਕਰ ਦਿੰਦੇ। ਉਹਨਾਂ ਦੇ ਸਾਰੇ ਕਾਰਜ ਪਰਮੇਸ਼ਰ ਸੁਤੇ ਸਿੱਧੀ ਕਰੀ ਜਾਂਦਾ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ। ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਜੀ ਆਪ ਹੀ ਕਰੀ ਜਾਂਦੇ। ਬੜੇ ਗੁਰਮੁਖ ਐਸੇ ਮਿਲਦੇ, ਕਹਿੰਦੇ ਸਾਡੇ ਸਾਰੇ ਕਾਰਜ ਤਾਂ ਸਤਿਗੁਰੂ ਜੀ ਆਪ ਹੀ ਸਵਾਰੀ ਜਾਂਦੇ ਹਨ, ਸਾਡੇ ਵਿੱਚ ਤਾਂ ਕੋਈ ਐਸਾ ਗੁਣ ਕੋਈ ਹੁਨਰ ਨਹੀਂ। ਜਿਹੜੇ ਗੁਰਸਿੱਖ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਸਾਰੇ ਕਾਰਜ ਹਰੀ ਪ੍ਰਭੂ ਜੀ ਆਪ ਹੀ ਕਰੀ ਜਾਂਦੇ ਹਨ। ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਤਿਨਾਂ ਦੇ ਕਾਰਜ ਆਪ ਹੀ ਸਵਾਰੀ ਜਾਂਦੇ ਹਨ। ਹਰ ਹਰ ਚਰਨ ਹਿਰਦਾ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਸਤਿਗੁਰੂ ਜੀ ਆਪ ਹੀ ਸਾਡੇ ਸਾਰੇ ਕਾਰਜ ਸਵਾਰੀ ਜਾਂਦੇ ਹਨ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਜਿਨ੍ਹਾਂ ਦੇ ਉੱਤੇ ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਵਰਸਦੀ ਹੈ, ਗੁਰੂ ਦੀ ਕਿਰਪਾ ਨਾਲ ਹਰੀ ਸਦਾ ਮਨ ਵਿੱਚ ਵਸਦਾ ਹੈ। ਜਿਸ ਦੇ ਮਨ ਵਿੱਚ ਵਸਦਿਆਂ ਸਾਡੇ ਸਾਰੇ ਕਾਰਜ ਉਸ ਨਾਮ ਨੇ ਸਵਾਰ ਦਿੱਤੇ ਹਨ, ਕਿਉਂਕਿ ਹਰੀ ਦਾ ਨਾਮ ਸਾਰੇ ਕਾਰਜਾਂ ਨੂੰ ਸਵਾਰਨੇ ਵਾਲਾ ਹੈ। ਉਹਨਾਂ ਕ੍ਰਿਸ਼ ਕਰੇ ਸੋ ਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਦਾ ਹਰੀ ਪ੍ਰਭੂ ਰਖਵਾਲਾ ਹੈ,
ਉਹਨਾਂ ਦੀ ਜੇ ਕੋਈ ਰੀਸ ਕਰੇ ਤੇ ਉਹ ਖੁਆਰ ਹੁੰਦਾ। ਉਹਨਾਂ ਦੀ ਜੇ ਕੋਈ ਰੀਸ ਕਰੇ ਤਾਂ ਉਹ ਖੁਆਰ ਹੁੰਦਾ ਜਿਨ੍ਹਾਂ ਦਾ ਹਰੀ ਪ੍ਰਭੂ ਰੱਖ ਹੈ। ਸੰਸਾਰ ਵਿੱਚ ਰੀਸ ਕਰਨ ਵਾਲੇ ਬਹੁਤ ਵਿਅਕਤੀ ਨੇ। ਉਹ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਭਗਤਾਂ ਦੀ ਵੀ ਰੀਸ ਕਰਨ ਲੱਗ ਪਏ ਨੇ। ਬਗਲਾ ਰੀਸ ਕਰੇ ਨਾ ਹੰਸ ਦੀ ਵੀ ਇਹਦੇ ਵਾਂਗੂ ਮੈਂ ਵੀ ਚਿੱਟੇ ਰੰਗ ਦਾ ਉਜਵਲ ਹਾਂ, ਤੇ ਹੰਸ ਦੀ ਰੀਸ ਕਰਕੇ ਜਦੋਂ ਤਰਨ ਲੱਗਦਾ ਤੇ ਡੁੱਬ ਜਾਂਦਾ। ਵੇਖਣ ਨੂੰ ਭਾਵੇਂ ਉਹ ਹੰਸ ਵਰਗਾ ਲੱਗਦਾ ਪਰ ਤਰ ਤਾਂ ਨਹੀਂ ਨਾ ਸਕਦਾ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਜੇ ਕੋਈ ਰੀਸ ਕਰੇ ਤਾਂ ਉਹਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦੀ ਰੀਸ ਨਹੀਂ ਕਰੀਦੀ, ਉਹਨਾਂ ਦਾ ਬਚਨ ਕਮਾਈ ਦਾ। ਜੋ ਬਚਨ ਕਰਨ ਬਚਨ ਕਮਾਈ ਦੇ ਨੇ, ਰੀਸ ਨਹੀਂ ਕਰੀਦੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਗੁਰਸਿੱਖ ਨੇ ਉਹ ਕਮਾਉਣਾ, ਜੋ ਗੁਰੂ ਕਰਦਾ ਉਹ ਵੇਖ ਕੇ ਰੀਸ ਨਹੀਂ ਕਰਨੀ। ਗੁਰੂ ਜੋ ਕਹਿੰਦਾ ਉਹ ਸਿੱਖ ਨੇ ਕਰਨਾ। ਪਰਮੇਸ਼ਰ ਦੇ ਪਿਆਰਿਆਂ ਦੀ ਜੇ ਕੋਈ ਰੀਸ ਕਰੇ ਤਾਂ ਪਾਤਸ਼ਾਹ ਕਹਿੰਦੇ ਭਾਈ ਉਹ ਖੁਆਰ ਹੁੰਦਾ। ਜਿਨ ਹਰ ਪ੍ਰਭ ਹੈ ਰਖਵਾਰਾ, ਪਰਮੇਸ਼ਰ ਆਪਣੇ ਭਗਤਾਂ ਦਾ ਰਖਵਾਲਾ, ਤੇ ਜਿਨ੍ਹਾਂ ਦਾ ਰਖਵਾਲਾ ਹਰੀ ਪ੍ਰਭੂ ਹੋਵੇ ਉਹਨਾਂ ਦੀ ਜੇ ਕੋਈ ਰੀਸ ਕਰੇਗਾ ਤਾਂ ਉਹ ਖੁਆਰ ਹੋਵੇਗਾ। ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨਮੁਖ ਭੌਂਕ ਮੋਹਿ ਬਿਲੜਾਈ। ਸਤਿਗੁਰਾਂ ਦੀ ਸੇਵਾ ਤੋਂ ਬਿਨਾ ਕਿਸੇ ਨੇ ਵੀ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਕੀਤੀ। ਬੜੇ ਬੜੇ ਮਨਮੁਖ ਭੌਂਕ ਭੌਂਕ ਕੇ ਵਿਰਲਾਪ ਕਰ ਕਰਕੇ ਮੂਏ ਮਰ ਗਏ, ਪਰ ਗੁਰੂ ਬਿਨਾ ਕਿਸੇ ਨੇ ਵੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਕੀਤੀ। ਆਵਹਿ ਜਾਵਹਿ ਠੌਰ ਨਾ ਪਾਵਹਿ, ਦੁਖ ਮੈਂ ਦੁਖ ਸਮਾਈ। ਇਹੋ ਜਿਹੇ ਜਿਹੜੇ ਗੁਰੂ ਵੀ ਹੋਣੇ ਨਗੁਰੇ ਨੇ, ਪਾਤਸ਼ਾਹ ਕਹਿੰਦੇ ਉਹ ਆਉਂਦੇ ਜਾਂਦੇ ਰਹਿੰਦੇ ਆ, ਜੰਮਦੇ ਨੇ ਮਰਦੇ ਨੇ, ਨਾ ਇੱਥੇ ਥਾਂ ਮਿਲਦੀ ਆ ਨਾ ਉੱਥੇ ਪਰਲੋਕ ਵਿੱਚ ਥਾਂ ਮਿਲਦੀ। ਠੌਰ ਨਾ ਪਾਵਹਿ, ਦੁੱਖ ਮਹਿ ਦੁੱਖ 'ਚ ਹੀ ਰਹਿੰਦੇ ਆ, ਔਰ ਅਖੀਰ ਨੂੰ ਸਾਰੀ ਜ਼ਿੰਦਗੀ ਦੁੱਖ ਦੇ ਵਿੱਚ ਹੀ ਉਹਨਾਂ ਦੀ ਗਰਕ ਜਾਂਦੀ ਹੈ। ਉਹ ਦੁੱਖਾਂ ਤੋਂ ਉੱਭਰਦੇ ਹੀ ਨਹੀਂ, ਬਾਹਰ ਹੀ ਨਹੀਂ ਨਿਕਲਦੇ, ਦੁੱਖਾਂ ਵਿੱਚ ਹੀ ਗਰਕ ਹੋ ਜਾਂਦੇ ਨੇ। ਜਨਮ ਮਰਨ ਦੇ ਦੁੱਖਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਜੇ ਸਾਜ ਸਮਾਈ। ਪਰ ਹਾਂ ਜੇ ਕੋਈ ਗੁਰੂ ਵਾਲਾ ਹੋ ਜਾਏ, ਗੁਰਮੁਖ ਬਣ ਜਾਏ, ਉਹ ਗੁਰੂ ਸਾਹਿਬ ਜੀ ਕੋਲੋਂ ਨਾਮ ਅੰਮ੍ਰਿਤ ਪੀਂਦਾ, ਤੇ ਨਾਮ ਅੰਮ੍ਰਿਤ ਨੂੰ ਪੀ ਕੇ ਸਹਿਜੇ ਹੀ ਉਹ ਨਾਮ ਦੀ ਕਮਾਈ ਨਾਲ ਸੱਚ ਸਰੂਪ ਅਕਾਲ ਪੁਰਖ ਦੇ ਸਰੂਪ ਵਿੱਚ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਦਕਾਈ। ਇਹ ਭਾਈ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਇਸ ਜੀਵ ਨੂੰ ਜਨਮ ਮਰਨ ਦਾ ਚੱਕਰ ਨਹੀਂ ਛੱਡਦਾ। ਗੁਰੂ ਦੀ ਸੇਵਾ ਤੋਂ ਬਿਨਾਂ ਇਹ ਜੀਵ ਜੰਮਦਾ ਮਰਦਾ ਰਹਿੰਦਾ, ਚਾਹੇ ਬੜੇ ਕਰਮ ਕਰੇ, ਆਖੇ ਵੀ ਮੈਂ ਤਾਂ ਬੜੇ ਚੰਗੇ ਕੰਮ ਕਰਦਾ, ਭਲੇ ਕੰਮ ਕਰਦਾ। ਜਿੰਨੇ ਮਰਜ਼ੀ ਚੰਗੇ ਕੰਮ ਕਰੀ ਚੱਲ, ਜੇ ਗੁਰੂ ਦੀ ਸ਼ਰਨ ਚ ਆ ਕੇ ਗੁਰੂ ਦੀ ਸੇਵਾ ਨਹੀਂ ਕੀਤੀ, ਤੇਰਾ ਜਨਮ ਮਰਨ ਨਹੀਂ ਕੱਟਿਆ ਜਾਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ 72 ਸਾਲ ਦੀ ਉਮਰ ਤੱਕ ਗੰਗਾ ਦੀ ਯਾਤਰਾ ਤੇ ਜਾਂਦੇ ਰਹੇ। ਹਰ 6 ਮਹੀਨਿਆਂ ਬਾਅਦ ਜਾਣਾ। ਪਾਤਸ਼ਾਹ ਨੇ ਆਪ ਆਪਣੇ ਜੀਵਨ 'ਚ ਪਹਿਲਾਂ ਹੰਡਾਇਆ, ਤਾਂ ਪੇ ਕਹਿੰਦੇ ਨੇ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਚਲੋ, ਗੁਰੂ ਬਿਨਾ ਮੁਕਤੀ ਨਹੀਂ ਜੇ ਮਿਲਣੀ, ਗੁਰੂ ਬਿਨਾ ਗਤ ਪ੍ਰਾਪਤ ਨਹੀਂ ਹੋਣੀ, ਜਨਮ ਮਰਨ ਦੀ ਬੰਦ ਖਲਾਸੀ ਨਹੀਂ ਹੋਣੀ। ਗੁਰੂ ਦੀ ਸੇਵਾ ਕੀਤਿਆਂ ਹੀ ਜਨਮ ਮਰਨ ਕੱਟਿਆ ਜਾਣਾ ਹੈ। ਵੇਦ ਪੜ੍ਹੈ ਤੈ ਬਾਦ ਵਖਾਣੈ, ਬਿਨ ਹਰ ਪਤ ਗਵਾਈ। ਪਾਤਸ਼ਾਹ ਕਹਿੰਦੇ ਜਿਹੜੇ ਵੇਦ ਪੜ੍ਹਦੇ ਆ, ਵੇਦ
ਤੇ ਪੜ੍ਹ ਕੇ ਮੁੜ ਕੇ ਬਾਅਦ ਵਿੱਚ ਝਗੜਾ ਹੀ ਕਰਦੇ ਆ। ਵੇਦ ਪੜ੍ਹੈ ਤੈ ਬਾਦ ਵਖਾਣ ਹੈ। ਹਰ ਵੇਲੇ ਝਗੜੇ ਦੇ ਵਿੱਚ ਹੀ ਰਹਿਣਾ, ਵਾਦ ਵਿਵਾਦ ਹੀ ਕਰਨਾ, ਉਹ ਰਸ ਨਹੀਂ ਲੈਂਦੇ। ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੀ ਉਹ ਵਾਦ ਵਿਵਾਦ 'ਚ ਉਲਝੇ ਰਹਿੰਦੇ ਆ। ਉਹਨਾਂ ਨੇ ਇਹੀ ਵੇਖਣਾ ਵੀ ਕਿਸ ਤਰੀਕੇ ਨਾਲ ਝਗੜਾ ਪਾਇਆ ਜਾ ਸਕਦਾ, ਕਿੱਦਾਂ ਵਿਵਾਦ ਬਣਾਇਆ ਜਾ ਸਕਦਾ। ਉਹਨਾਂ ਨੇ ਕੰਮ ਹੀ, ਪਰਮੇਸ਼ਰ ਨੇ, ਕਲਯੁਗ ਨੇ ਡਿਊਟੀ ਉਹਨਾਂ ਦੀ ਇਹ ਲਾਈ ਆ ਵੀ ਤੁਸੀਂ ਵਿਵਾਦ ਪੈਦਾ ਕਰੋ। ਉਹ ਇਕੱਲੇ ਸਿੱਖਾਂ 'ਚ ਨਹੀਂ ਪੈਦਾ ਕੀਤੇ ਵਿਵਾਦ ਪੈਦਾ ਕਰਨ ਵਾਲੇ, ਉਹ ਬ੍ਰਾਹਮਣਾਂ 'ਚ ਵੀ ਪੈਦਾ ਕੀਤੇ ਆ, ਉਹ ਮੁਸਲਮਾਨਾਂ 'ਚ ਵੀ ਪੈਦਾ ਕੀਤੇ ਆ। ਰੱਬ ਨੇ ਸਾਰਿਆਂ ਧਰਮਾਂ ਮਜ਼ਹਬਾਂ 'ਚ ਵਿਵਾਦ ਪੈਦਾ ਕਰਨ ਵਾਲੇ ਪੈਦਾ ਕੀਤੇ ਹੁੰਦੇ। ਉਹਨਾਂ ਦੀ ਡਿਊਟੀ ਇਹ ਹੈ ਵੀ ਉਹਨਾਂ ਨੇ ਧਰਮ ਗ੍ਰੰਥ ਪੜ੍ਹ ਕੇ ਵੀ ਵਿਵਾਦ ਹੀ ਕਰਨੇ ਨੇ। ਵੇਦ ਪੜ੍ਹੈ ਤੈ ਬਾਦ ਵਖਾਣਾ, ਬਿਨ ਹਰ ਪੱਤ ਗਵਾਈ, ਬਿਨਾਂ ਹਰੀ ਦੇ ਭਜਨ ਤੋਂ ਆਪਣੀ ਪੱਤ ਗਵਾ ਲੈਂਦੇ ਨੇ, ਆਪਣੀ ਇੱਜ਼ਤ ਗਵਾ ਲੈਂਦੇ ਹਨ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੈ ਗੁਰ ਸਰਣਾਈ। ਸਤਿਗੁਰੂ ਜੀ ਸੱਚੇ ਨੇ ਔਰ ਸੱਚੇ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ। ਹੇ ਭਾਈ, ਜੇ ਤੂੰ ਛੁੱਟਣਾ ਤੇ ਸਤਿਗੁਰਾਂ ਦੀ ਸ਼ਰਨ 'ਚ ਆ ਜਾ, ਗੁਰੂ ਦੀ ਸ਼ਰਨ 'ਚ ਆ ਕੇ ਤੇਰਾ ਛੁਟਕਾਰਾ ਹੋਵੇਗਾ। ਭਜ ਛੂਟੈ ਗੁਰ ਸਰਣਾਈ, ਜਿਹੜੇ ਗੁਰੂ ਦੀ ਸ਼ਰਨ 'ਚ ਭੱਜ ਕੇ ਆ ਜਾਂਦੇ ਨੇ ਭਾਈ, ਉਹ ਛੁੱਟ ਜਾਂਦੇ ਨੇ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਜਿਨ੍ਹਾਂ ਦੇ ਮਨ ਵਿੱਚ ਹਰੀ ਵਸਦਾ, ਉਹ ਸੱਚੇ ਦੇ ਦਰ ਤੇ ਸ਼ੋਭਦੇ ਹਨ ਔਰ ਸੱਚੇ ਦੇ ਦਰ ਤੇ ਜਾ ਕੇ ਉਹ ਸਚਿਆਰ ਹੋ ਜਾਂਦੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨ ਮਿਟਣ ਹਾਰਾ। ਉਹਨਾਂ ਰੱਬ ਦੇ ਪਿਆਰਿਆਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ, ਕੋਈ ਉਹਨਾਂ ਦੀ ਸੋਭਾ ਨੂੰ ਮੇਟ ਨਹੀਂ ਸਕਦਾ। ਜਿੰਨਾ ਮਰਜ਼ੀ ਕੋਈ ਯਤਨ ਕਰੇ ਵੀ ਉਹਨਾਂ ਦੀ ਸੋਭਾ ਮੇਟਣੀ ਆ, ਨਹੀਂ ਮਿਟਦੀ। ਆਕਾਸ਼ ਵੱਲ ਮੂੰਹ ਕਰਕੇ ਜਿੰਨਾ ਕੋਈ ਥੁੱਕੇਗਾ, ਆਕਾਸ਼ ਦਾ ਕੀ ਵਿਗੜਨਾ, ਆਪਣਾ ਮੂੰਹ ਮੈਲਾ ਕਰਦੇ ਐ। ਰੱਬ ਦੇ ਪਿਆਰਿਆਂ ਦੀ ਕੋਈ ਭੰਡੀ ਕਰਕੇ ਆਖੇ ਵੀ ਇਹਨਾਂ ਦੀ ਅਸੀਂ ਹੇਠੀ ਕਰਨੀ ਆ, ਨਰਾਦਰ ਕਰਨਾ, ਐਸਾ ਨਹੀਂ ਹੁੰਦਾ। ਉਹਨਾਂ ਦੀ ਜਿੰਨੀ ਕੋਈ ਨਿੰਦਾ ਕਰੇ, ਉਹਨਾਂ ਦੀ ਸੋਭਾ ਉਨੀ ਉਜਾਗਰ ਹੁੰਦੀ। ਉਹਨਾਂ ਦੀ ਸੋਭਾ ਜੋਗ ਜੋਗ ਹੋਈ, ਉਹਨਾਂ ਦੀ ਸੋਭਾ ਜੋਗ ਜੋਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਈ ਨਾ ਮੇਟਣ ਹਾਰਾ, ਕੋਈ ਨਾ ਮੇਟਣ ਹਾਰਾ, ਕੋਈ ਨਾ ਮਿਟਣ ਹਾਰਾ, ਕੋਈ ਨਾ ਮਿਟਣ ਹਾਰਾ। ਕੋਈ ਨਾ ਮੇਟਣ ਹਾਰਾ, ਕੋਈ ਨਾ ਮੇਟਣ ਹਾਰਾ। ਕੋਈ ਨਾ ਮਿਟਣ ਹਾਰਾ, ਕੋਈ ਨਾ ਮਿਟਣ ਹਾਰਾ। ਉਹਨਾਂ ਦੀ ਸੋਭਾ ਹੋਰ ਉਜਾਗਰ ਹੁੰਦੀ, ਹੋਰ ਸੰਸਾਰ 'ਚ ਪ੍ਰਗਟ ਹੁੰਦੀ। ਰੱਬ ਦੇ ਪਿਆਰਿਆਂ ਦੀ ਸੋਭਾ ਨੂੰ ਕੋਈ ਨਹੀਂ ਮਿਟਾ ਸਕਦਾ। ਪਰਮੇਸ਼ਰ ਆਪ ਆਪਣੇ ਭਗਤਾਂ ਦੀ ਵਡਿਆਈ ਸੰਸਾਰ 'ਚ ਪ੍ਰਗਟ ਕਰਦਾ। ਤੇ ਜੇ ਪਰਮੇਸ਼ਰ ਆਪ ਆਪਣੇ ਭਗਤਾਂ ਦੀ ਵਡਿਆਈ ਸੰਸਾਰ 'ਚ ਪ੍ਰਗਟ ਕਰੇ, ਖੁਦ ਪਰਮੇਸ਼ਰ, ਤੇ ਪਰਮਾਤਮਾ ਜਿੰਨੀ ਕਿਹਦੇ 'ਚ ਤਾਕਤ ਹੈ ਵੀ ਉਹਨਾਂ ਭਗਤਾਂ ਦੀ ਉਸ ਵਡਿਆਈ ਨੂੰ ਕੋਈ ਮੇਟ ਸਕੇ। ਜੇ ਖੁਦ ਰੱਬ ਨੇ ਪ੍ਰਗਟ ਕੀਤੀ ਹੈ ਤੇ ਫਿਰ ਮੇਟ ਕੌਣ ਸਕਦਾ। ਹਾਂਜੀ, ਨਾਨਕ ਤਿਨ ਕੈ ਸਦ ਬਲਹਾਰ, ਜਿਨ ਹਰ ਰਾਖਿਆ ਔਰ ਧਾਰਾ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਉਂਦੇ, ਮੈਂ ਤਿਨਾਂ ਤੋਂ ਸਦਾ ਹੀ ਬਲਿਹਾਰ ਜਾਵਾਂ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਸਾਇਆ, ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਦਾ ਨਾਮ ਵਸਿਆ। ਮੈਂ ਤਿਨਾਂ ਤੋਂ ਸਦਾ ਲਈ ਬਲਿਹਾਰ ਜਾਵਾਂ।
ਸਦਾ ਲਈ ਵਾਰੇ ਵਾਰੇ ਜਾਵਾਂ। ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਹਰ ਜੁਗ ਜੁਗ ਭਗਤ ਉਪਾਇਆ, 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 ਹਰ ਜੁਗ ਜੁਗ ਭਗਤ ਉਪਾਇਆ। ਪੈਜ ਰਖਦਾ ਆਇਆ RAM ਰਾਜੇ, 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 ਪੈਜ ਰਖਦਾ ਆਇਆ RAM ਰਾਜੇ। ਆਪਣੇ ਸੇਵਕ ਕੀ ਆਪ ਰਾਖੈ, ਆਪਣੇ ਸੇਵਕ ਕੀ ਆਪ ਰਾਖੈ, ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਕੀ ਆਪੇ ਰਾਖੈ। ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।